श्री नानक पद पंकज बंदन पद पंकज बंदना सिमरो अंगद दोख निकंदना अमरदास गुर हृदय त्यावो हृदय त्यावो श्री गुरु रामदास गुण गावो श्री अर्जन विघ्न के नाशक विघ्न के नाशक हर गोबिंद शुभ सुमत प्रकाशक श्री हर राय नमो कर जोरी नमो कर जोरी गुर हर कृष्ण मनाए बहोरी तेग बहादुर परम कृपाला परम कृपाला श्री गुरु गोबिंद सिंह विसाला तरों तरा पर पुन पुन सीसा पुन सीसा बंदों बार बार जगदीसा जिसमें अमृत ज्ञान है मानक भगत बैराग श्री गुरु ग्रंथ साहिब उदद बंदों कर अनुराग एक अंकारा सतगुरु तेह प्रसाद सत होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए दोहरा कमल बदन सुख सदन गुर करना मन पर ल्याए पांदे प्रत कल्याण दा बोले शब्द उठाए जुगो जुग अटल चबर सबर तख्त दे मालिक गुरता गद्दी ते विराजमान बालीए कुल आलम साहिब श्री गुरु ग्रंथ साहिब जी महाराज जी की पावन पवित्र हजूरी अंदर जुड़ मिल बैठे सत्कारयोग सतसंगी जनों सतगुरां जी की अपार रहमत हुई है सतगुरां जी की अपार बख्शिश हुई है जिस दे सदका सानू इह सुभाग समा प्राप्त होया कि असी रोजाना दी कार करदे हां अपना जीवन निर्वाह करदे हां अपने जीवन के कुछ पलां नूं सतगुरां जी के चरनां दे विच अर्पण करदे हां इस जीवन नूं लेखे करन दा यतन करदे हां। आप जियां ने बड़े ही एकाग्रचित हो के सतगुरां जी की अमृतमई बाणी का कीर्तन श्रवण किया है उपरंत सतगुरां जी के चल रहे लड़ीवार इतिहासक कथा विचारा श्रवण करन दा आप जियां दे नाल विचारां सांझ पाउण दा समा प्राप्त होया है। जिस तरह आप सब जानते हो कि पिछले कुछ दिनों तो असीं श्री गुरु प्रताप सूरज ग्रंथ दे विचों श्री गुरु नानक प्रकाश जी पूर्व रात अध्याय 6वें दी कथा दा प्रसंग जो आरंभ किया है जिस दा सरलेख धन गुरु नानक साहिब जी महाराज जी का पांधे कुल पढ़न जाना ते पांधे प्रति उपदेश है।
ਆਓ ਅੱਜ ਦੇ ਪ੍ਰਸੰਗ ਦੀ ਆਰੰਭਤਾ ਕਰਨ ਤੋਂ ਪਹਿਲਾਂ ਕੁਝ ਪੰਛੀ ਝਾਤ ਅਸੀਂ ਪਿਛਲੇ ਦੀਵਾਨਾਂ ਦੇ ਵਿੱਚ ਮਾਰ ਲਈਏ, ਤਾਂ ਜੋ ਸਾਨੂੰ ਅੱਜ ਦਾ ਪ੍ਰਸੰਗ ਸਮਝਣ ਦੇ ਵਿੱਚ ਸੁੱਖ ਮਹਿਸੂਸ ਹੋਵੇ। ਪਿਛਲੇ ਦੀਵਾਨਾਂ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕਰ ਚੁੱਕੇ ਹਾਂ ਕਿ ਕਿਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅਤੇ ਪਾਂਧੇ ਦੇ ਵਿਚਕਾਰ ਵਿਚਾਰ ਚਰਚਾ ਹੁੰਦੀ ਹੈ, ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੋ ਪਾਂਧਾ ਪੜ੍ਹਾਉਂਦਾ ਹੈ ਉਸ ਨੂੰ ਪਹਿਲੇ ਦਿਨ ਤਾਂ ਬੜੇ ਸੋਹਣੇ ਤਰੀਕੇ ਦੇ ਨਾਲ ਪੜ੍ਹਦੇ ਨੇ। ਜੋ ਉਹਨਾਂ ਨੂੰ ਯਾਦ ਕਰਵਾਉਂਦਾ ਹੈ ਪਹਾੜਾ, ਉਹ ਸਾਰਾ ਕੁਝ ਬੜਾ ਮਨ ਚਿੱਤ ਲਾ ਕੇ ਪੜ੍ਹਦੇ ਨੇ। ਤੇ ਬਾਅਦ ਦੇ ਵਿੱਚ ਜਦੋਂ ਘਰ ਵਾਪਸ ਜਾਂਦੇ ਨੇ, ਮਾਤਾ ਤ੍ਰਿਪਤਾ ਜੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਦੇਖ ਕੇ ਪ੍ਰਸੰਨ ਹੁੰਦੇ ਨੇ ਤੇ ਬਚਨ ਕਰਦੇ ਨੇ ਵੀ ਮੇਰੇ ਪੁੱਤਰ ਨੇ ਅੱਜ ਕੀ ਕੁਝ ਸਿੱਖਿਆ ਹੈ, ਮੈਨੂੰ ਸੁਣਾਉਣਾ ਕਰੋ। ਤੇ ਗੁਰੂ ਸਾਹਿਬ ਜੀ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਉਹ ਜੋ ਪਹਾੜਾ ਯਾਦ ਕੀਤਾ ਹੁੰਦਾ ਹੈ ਨਾ, ਉਹ ਆਪਣੇ ਮਾਤਾ ਜੀ ਨੂੰ ਸੁਣਾਉਣਾ ਕਰਦੇ ਨੇ। ਇਸੇ ਤਰ੍ਹਾਂ ਪਹਿਲਾ ਦਿਨ ਬੀਤ ਜਾਂਦਾ ਹੈ। ਜਦੋਂ ਅਗਲੇਰਾ ਦਿਨ ਆਉਂਦਾ ਹੈ ਨਾ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਮਹਿਤਾ ਕਾਲੂ ਦਾਸ ਜੀ ਆਪਣੇ ਪੁੱਤਰ ਨੂੰ ਲੈ ਕੇ ਵਾਪਸ ਪਾਂਧੇ ਦੇ ਕੋਲ ਉਸ ਦੇ ਮਦਰਸੇ ਦੇ ਵਿੱਚ ਛੱਡਣ ਦੇ ਲਈ ਜਾਂਦੇ ਨੇ ਕਿ ਮੇਰਾ ਪੁੱਤ ਛੇਤੀ ਦੇ ਨਾਲ ਪੜ੍ਹਾਈ ਪ੍ਰਾਪਤ ਕਰਕੇ, ਵਿੱਦਿਆ ਹਾਸਲ ਕਰਕੇ ਚੰਗੀ ਤਰ੍ਹਾਂ ਮੇਰੇ ਨਾਲ ਮੇਰੇ ਕਾਰੋਬਾਰ ਦੇ ਵਿੱਚ ਸਾਥ ਦੇਵੇਗਾ ਤੇ ਆਉਂਦੇ ਸਮੇਂ ਦੇ ਵਿੱਚ ਇਹ ਵੀ ਮੇਰੇ ਵਾਂਗੂ ਪਟਵਾਰੀ ਦਾ ਕੰਮ ਕਾਜ ਜਿਹੜਾ ਹੈ ਨਾ ਉਹ ਸੰਭਾਲੇਗਾ। ਤੇ ਫਿਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਦੋਂ ਦੂਜੇ ਦਿਨ ਜਾਂਦੇ ਨੇ ਤਾਂ ਪਾਂਧਾ ਦੇਖਦਾ ਹੈ ਕਿ ਕੱਲ ਤਾਂ ਬੜੇ ਸੋਹਣੇ ਤਰੀਕੇ ਦੇ ਨਾਲ ਇਸ ਬਾਲਕ ਨੇ ਜੋ ਕੁਝ ਮੈਂ ਪੜ੍ਹਾਉਂਦਾ ਸੀ ਪੜ੍ਹਦਾ ਪਿਆ ਸੀ, ਪਰ ਅੱਜ ਪਤਾ ਨਹੀਂ ਕਿਉਂ ਚੁੱਪਚਾਪ ਹੈ। ਤਾਂ ਗੁਰੂ ਸਾਹਿਬ ਜੀ ਨੂੰ ਪਾਂਧਾ ਸਵਾਲ ਕਰਦਾ ਵੀ ਪਾਤਸ਼ਾਹ ਜੀ, ਵੀ ਬਾਕੀ ਬਾਲਕਾਂ ਦੇ ਵਾਂਗ ਤੁਸੀਂ ਕੱਲ ਮੇਰੇ ਮਗਰ ਜੋ ਕੁਝ ਮੈਂ ਪੜ੍ਹਾਉਂਦਾ ਸੀ ਪੜ੍ਹਦੇ ਗਏ, ਪਰ ਅੱਜ ਤੁਸੀਂ ਚੁੱਪਚਾਪ ਕਿਉਂ ਬੈਠੇ ਹੋ, ਅੱਜ ਕਿਉਂ ਨਹੀਂ ਬੋਲਦੇ? ਤੇ ਫਿਰ ਪਾਂਧਾ ਡਰਾਉਂਦਾ ਵੀ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਵੀ ਜੇਕਰ ਤੇਰਾ ਧਿਆਨ ਖੇਡਾਂ ਦੇ ਵਿੱਚ ਗਿਆ ਨਾ, ਜੇਕਰ ਤੂੰ ਆਪਣੀ ਰੁਚੀ ਖੇਡਾਂ ਵੱਲ ਜ਼ਿਆਦਾ ਵਧਾਈ ਤਾਂ ਤੇਰੇ ਮਾਰ ਪਵੇਗੀ। ਫਿਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਾਂਧੇ ਨੂੰ ਵਿਚਾਰ ਚਰਚਾ ਕਰਦੇ ਨੇ, ਪਾਂਧੇ ਨੂੰ ਸਵਾਲ ਪੁੱਛਦੇ ਨੇ ਕਿ ਹੇ ਪਾਂਧਾ ਜੀ, ਮਾਸਟਰ ਜੀ, ਤੁਸੀਂ ਇਹ ਦੱਸੋ ਵੀ ਤੁਸੀਂ ਕਿੰਨੀ ਕੁ ਪੜ੍ਹਾਈ ਜਾਣਦੇ ਹੋ, ਕਿੰਨੀ ਕੁ ਪੜ੍ਹਾਈ ਹਾਸਲ ਕੀਤੀ ਹੋਈ ਹੈ, ਤੁਸੀਂ ਕਿੰਨਾ ਕੁ ਲੇਖਾ ਜਾਣਦੇ ਹੋ? ਜਦੋਂ ਆਮ ਤੌਰ ਦੇ ਉੱਤੇ ਹੁਣ ਦੇਖਿਆ ਵੀ ਪਾਂਧੇ ਨੇ ਵੀ ਇੰਨੇ ਹੁਣ ਤੱਕ ਦੀ ਉਮਰ ਦੇ ਵਿੱਚ ਮੈਂ ਚੰਗੇ ਵਿਦਿਆਰਥੀਆਂ ਨੂੰ ਪੜ੍ਹਾ ਦਿੱਤਾ, ਚੰਗੇ ਵਿਦਿਆਰਥੀ ਮੇਰੇ ਕੋਲ ਆਏ, ਪਰ ਅੱਜ ਤੱਕ ਕਿਸੇ ਨੇ ਮੈਨੂੰ ਸਵਾਲ ਨਹੀਂ ਕੀਤਾ। ਤੇ ਇਹ ਬਾਲਕ ਦਾ ਸਕੂਲ ਦੇ ਵਿੱਚ ਇਸ ਮਦਰਸੇ ਦੇ ਵਿੱਚ ਦੂਜਾ ਦਿਨ ਹੀ ਹੈ ਤੇ ਦੂਜੇ ਦਿਨ ਹੀ ਮੈਨੂੰ ਸਵਾਲ ਕਰਨ ਲੱਗ ਪਿਆ ਵੀ ਤੁਸੀਂ ਆਪ ਕਿੰਨਾ ਕੁ ਪੜ੍ਹੇ ਹੋ। ਜਦੋਂ ਪਾਂਧੇ ਨੇ ਸਾਰਾ ਕੁਝ ਦੇਖਿਆ ਤਾਂ ਪਾਂਧਾ ਗੁੱਸੇ ਦੇ ਵਿੱਚ ਆ ਕੇ ਜਵਾਬ ਦਿੰਦਾ ਵੀ ਮੈਂ ਸਾਰਾ ਕੁਝ ਜਾਣਦਾ, ਮੈਂ ਪਟਵਾਰੀ ਦਾ ਕੰਮ ਵੀ ਜਾਣਦਾ, ਗਿਣਤੀ ਮਿਣਤੀ ਸਾਰੀ ਆਂਦੀ, ਮੈਨੂੰ 1.5 ਦਾ ਪਹਾੜਾ, 1.25 ਦਾ ਪਹਾੜਾ, 3.5 ਦਾ ਪਹਾੜਾ, 4.5 ਦਾ ਪਹਾੜਾ, ਹੋਰ ਜਿੰਨੇ ਵੀ ਹਿਸਾਬ ਕਿਤਾਬ ਦੇ ਕੰਮ ਕਾਜ ਨੇ ਨਾ ਉਹ ਸਾਰੇ ਜਾਣਦਾ। ਫਿਰ ਪਾਤਸ਼ਾਹ ਜੀ ਫਿਰ ਪਾਂਧੇ ਨੂੰ ਸਵਾਲ ਕਰਦੇ ਨੇ ਵੀ ਪਾਂਧਾ ਜੀ ਇਹ ਦੱਸੋ ਵੀ ਇਹ ਜਿਹੜਾ ਤੁਸੀਂ ਸਾਰਾ ਗਿਣਤੀ ਮਿਣਤੀ ਦਾ ਕੰਮ ਜਾਣਦੇ ਹੋ ਨਾ, ਤੁਹਾਡੀ ਨਿੱਜੀ ਜ਼ਿੰਦਗੀ ਦੇ ਵਿੱਚ ਮੰਨ ਲਓ ਜੇਕਰ ਕੋਈ ਦੁੱਖ ਆ ਜਾਵੇ, ਮਨੁੱਖ ਦੇ ਜੀਵਨ ਦੇ ਵਿੱਚ ਦੁੱਖ ਆ ਜਾਵੇ, ਮਾੜਾ ਸਮਾਂ ਆ ਜਾਵੇ, ਇਹ ਗਿਣਤੀ ਮਿਣਤੀ ਕਿਸ ਕੰਮ ਦੀ ਹੈ? ਇਹ ਦੱਸੋ ਵੀ ਇਹ ਹਿਸਾਬ ਕਿਤਾਬ ਮਨੁੱਖ ਦੇ ਜੀਵਨ ਦੇ ਵਿੱਚ ਮਾੜੇ ਸਮੇਂ ਦੇ ਵਿੱਚ ਵੀ ਕੰਮ ਆਉਂਦਾ ਹੈ? ਜਦੋਂ ਸਾਰਾ ਕੁਝ ਇਹ ਪਾਂਧਾ ਦੇਖਦਾ ਹੈ ਨਾ, ਪਾਂਧੇ ਨੂੰ ਕੋਈ ਜਵਾਬ ਨਹੀਂ ਆਉਂਦਾ। ਫਿਰ ਪਾਂਧਾ ਜਦੋਂ ਸਾਰੀ ਵਿਚਾਰ ਚਰਚਾ ਦੇਖਦਾ ਹੈ, ਫਿਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਾਂਧੇ ਨੂੰ ਹੁਣ ਬਚਨ ਕਰਦੇ ਨੇ, ਹੇ ਪਾਂਧੇ, ਜੇਕਰ ਤੂੰ ਆਪਣੇ ਜੀਵਨ ਦੇ ਵਿੱਚੋਂ ਮੁਕਤੀ ਪ੍ਰਾਪਤ ਕਰਨਾ ਚਾਹੁੰਦਾ ਹੈ ਨਾ, ਹੁਣ ਜੋ ਕੁਝ ਮੈਂ ਤੈਨੂੰ ਕਹਿਣਾ ਹੈ ਮੇਰੇ ਮਗਰ ਬੋਲ। ਹੁਣ ਗੁਰੂ ਨਾਨਕ ਸਾਹਿਬ ਜੀ ਮਹਾਰਾਜ 6-7 ਸਾਲ ਦੀ ਉਮਰ ਹੈ ਤੇ 6-7 ਸਾਲ ਦੀ ਉਮਰ ਦੇ ਵਿੱਚ ਜਿਹਦੇ ਕੋਲ ਪੜ੍ਹਨ ਗਏ ਸੀ ਉਹਨੂੰ ਪੜ੍ਹਾਉਣ ਲੱਗ ਪਏ, ਉਹਨੂੰ ਸਿੱਖਿਆ ਦੇਣ ਲੱਗ ਪਏ। ਦੇਖੋ ਬਚਪਨ ਦੇ ਵਿੱਚ ਹੀ, ਬਾਲ ਰੂਪ ਦੇ ਵਿੱਚ ਹੀ, ਬਾਲ ਉਮਰ ਦੇ ਵਿੱਚ ਹੀ ਜਿਸ ਕਾਰਜ ਦੇ ਲਈ ਧਰਤੀ ਦੇ ਉੱਤੇ ਆਏ ਸੀ ਨਾ, ਉਹ ਕਾਰਜ ਆਰੰਭ ਕਰ ਦਿੱਤਾ। ਹੁਣ ਪਾਂਧੇ ਨੂੰ ਬੇਨਤੀ ਕਰਦੇ ਨੇ, ਦੋਹਰਾ ਕਮਲ ਬਦਨ ਸੁਖ ਸਦਨ ਗੁਰ ਕਰਨਾ ਮਨ ਪਰ ਲਿਆਏ, ਪਾਂਧੇ ਪ੍ਰਤ ਕਲਿਆਣ ਦਾ ਬੋਲੇ ਸ਼ਬਦ ਉਠਾਏ। ਹੁਣ
ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਮਲ ਬਦਨ ਵਾਲੇ, ਸੁੱਖਾਂ ਦੇ ਘਰ, ਜਿਹੜੇ ਸਾਰਿਆਂ ਨੂੰ ਸੁੱਖਾਂ ਦੀ ਦਾਤ ਬਖਸ਼ਿਸ਼ ਕਰਦੇ ਨੇ ਨਾ, ਜਿਹੜੇ ਸਾਰੇ ਮਨੁੱਖਾਂ ਨੂੰ ਮੁਕਤੀ ਪ੍ਰਦਾਨ ਕਰਦੇ ਨੇ, ਮੁਕਤੀ ਦੇ ਦਾਤੇ ਨੇ, ਉਹਨਾਂ ਨੇ ਆਪਣੇ ਮਨ ਦੇ ਵਿੱਚ ਲਿਆ ਕੇ ਪੰਧ ਦੇ ਬਾਰੇ ਇਹ ਸ਼ਬਦ ਉਚਾਰਨ ਕੀਤਾ। ਆਮ ਤੌਰ ਦੇ ਉੱਤੇ ਇਹ ਸ਼ਬਦ ਅਸੀਂ ਜਿਹੜਾ ਪੰਧ ਦੇ ਪ੍ਰਤੀ ਉਚਾਰਨ ਕੀਤਾ ਨਾ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ਸ਼੍ਰੀ ਰਾਗ ਦੇ ਅੰਦਰ, ਸ਼੍ਰੀ ਰਾਗ ਦਾ ਜੋ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਪਹਿਲਾ ਰਾਗ ਆਉਂਦਾ ਹੈ ਨਾ, ਪਹਿਲੇ ਰਾਗ ਦੇ ਵਿੱਚ ਹੀ 6ਵਾਂ ਸ਼ਬਦ ਵਾ ਜਿਹੜਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਉਸ ਬਾਲ ਰੂਪ ਦੇ ਵਿੱਚ ਬਾਲ ਉਮਰੇ ਪੰਧ ਦੇ ਪ੍ਰਤੀ ਉਚਾਰਨ ਕਰ ਦਿੱਤਾ ਸੀ। ਸ਼੍ਰੀ ਰਾਗ ਮਹਲ ਪਹਿਲਾ, ਜਾਲ ਮੋ ਘਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿਤ ਲਿਖਾਰੀ, ਗੁਰ ਪੁਛ ਲਿਖ ਵਿਚਾਰ, ਲਿਖ ਨਾਮ ਸਲਾਹ ਲਿਖ, ਲਿਖ ਅੰਤ ਨ ਪਾਰਾਵਾਰ, ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੈ ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨਿਸ਼ਾਨ। ਹੁਣ ਗੁਰੂ ਨਾਨਕ ਸਾਹਿਬ ਜੀ ਮਹਾਰਾਜ 6-7 ਸਾਲ ਦੀ ਉਮਰ ਦੇ ਵਿੱਚ ਪਾਂਧੇ ਨੂੰ ਇਹ ਉਚਾਰਨ ਕਰਦੇ ਨੇ ਵੀ ਤੁਸੀਂ ਮੰਨ ਲਿਆ ਦੁਨਿਆਵੀ ਤੌਰ ਦੇ ਉੱਤੇ ਬਹੁਤ ਪੜ੍ਹਾਈ ਹਾਸਲ ਕੀਤੀ, ਚੰਗੇ ਵਿਦਿਆਰਥੀ ਤੁਹਾਡੇ ਕੋਲ ਪੜ੍ਹ ਕੇ ਗਏ ਨੇ, ਤੁਸੀਂ ਸਾਰਾ ਹਿਸਾਬ ਕਿਤਾਬ ਜਾਣਦੇ ਹੋ। ਹੁਣ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸਵਾਲ ਕੀਤਾ ਸੀ ਵੀ ਇਸ ਜੀਵਨ ਦੇ ਵਿੱਚ ਤੂੰ ਕਿਸ ਤਰ੍ਹਾਂ ਮੁਕਤੀ ਪ੍ਰਾਪਤ ਕਰ ਸਕਦਾ। ਇਹ ਹਿਸਾਬ ਕਿਤਾਬ, ਇਹ 4.5 ਦਾ ਪਹਾੜਾ, 3.5 ਦਾ ਪਹਾੜਾ ਤੈਨੂੰ ਮੁਕਤੀ ਨਹੀਂ ਦਵਾ ਸਕਦਾ। ਮੰਨਿਆ ਤੂੰ ਪਟਵਾਰੀ ਦੀ ਕਾਰ ਵੀ ਕਰ ਲੈਣਾ, ਪਟਵਾਰੀ ਦਾ ਕੰਮ ਕਾਜ ਵੀ ਦੇਖ ਲੈਣਾ ਹੈ, ਪਰ ਤੈਨੂੰ ਇਸ ਤਰ੍ਹਾਂ ਇਸ ਜੀਵਨ ਦੇ ਵਿੱਚੋਂ ਵਿਸ਼ਿਆਂ ਵਿਕਾਰਾਂ ਦੇ ਵਿੱਚੋਂ ਮੁਕਤੀ ਨਹੀਂ ਪ੍ਰਾਪਤ ਹੋ ਸਕਦੀ। ਇਹ ਸਾਰੇ ਕੰਮ ਕਾਜ, ਇਹ ਜੋ ਕੁਝ ਵੀ ਤੂੰ ਕਰ ਰਿਹਾ ਨਾ, ਲਾਲਚ ਵਸ ਪੈ ਕੇ ਕਰ ਰਿਹਾ, ਸਗੋਂ ਤੂੰ ਵਿਕਾਰਾਂ ਦੇ ਵਿੱਚ ਬੰਨਿਆ ਜਾ ਰਿਹਾ। ਅਸੀਂ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਵੀ ਨਿਤਨੇਮ ਦੇ ਰੂਪ ਦੇ ਵਿੱਚ ਜਦੋਂ ਅਸੀਂ ਸੋਦਰ ਬਾਣੀ ਦੇ ਨਾਲ ਸਾਂਝ ਪਾਉਂਦੇ ਨਾ, ਸਤਿਗੁਰੂ ਜੀ ਫਰਮਾਉਂਦੇ ਨੇ, ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀਏ ਤੇਰੀ ਵਰੀਆ, ਅਬਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਿ ਅਸਲ ਦੇ ਵਿੱਚ ਤੂੰ ਆਪਣੇ ਜੀਵਨ ਦੇ ਵਿੱਚ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਲਈ ਨਾ ਤੇਰਾ ਜਨਮ ਹੋਇਆ ਸੀ। ਅਬਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਿ ਸੰਗਤ ਦੇ ਵਿੱਚ ਜੁੜ ਕੇ ਪਰਮਾਤਮਾ ਦੀ ਸਿਫਤ ਸਲਾਹ ਕਰਕੇ, ਪਰਮਾਤਮਾ ਦੀ ਬੰਦਗੀ ਕਰਕੇ, ਪਰਮਾਤਮਾ ਦੀ ਆਰਾਧਨਾ ਕਰਨੀ ਸੀ। ਦੁਨਿਆਵੀ ਕੰਮ ਕਾਜ ਤੇਰੇ ਕਿਸੇ ਵੀ ਲੇਖੇ ਜੋਖੇ 'ਚ ਨਹੀਂ ਆਣੇ। ਇਹ ਤੂੰ ਆਪਣੇ ਸਵਾਰਥਾਂ ਦੀ ਪੂਰਤੀ ਦੇ ਲਈ ਕਰ ਰਿਹਾ, ਮਾਇਕ ਪਦਾਰਥਾਂ ਦੇ ਮਗਰ ਭੱਜਿਆ ਫਿਰਦਾ, ਆਪਣੇ ਸਵਾਰਥਾਂ ਲਈ ਕਰਦਾ ਹੈ। ਪਰ ਜਿਸ ਤਰੀਕੇ ਦੇ ਨਾਲ ਤੂੰ ਪਰਮਾਤਮਾ ਦੀ ਸ਼ਰਨ ਦੇ ਵਿੱਚ ਪ੍ਰਵਾਨ ਚੜ੍ਹੇਗਾ ਨਾ, ਉਸ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋਵੇਗਾ, ਉਹ ਇਹ ਦੁਨਿਆਵੀ ਚੀਜ਼ਾਂ ਦੇ ਨਾਲ ਨੂੰ ਪ੍ਰਵਾਨ ਨਹੀਂ ਚੜ੍ਹ ਸਕਦਾ। ਹੁਣ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਾਂਧੇ ਨੂੰ ਆਖਦੇ ਨੇ, ਤੂੰ ਮੇਰੇ ਮਗਰ ਮਗਰ ਬੋਲੀ ਜਾਏ, ਜੋ ਕੁਝ ਮੈਂ ਬੋਲਾਂਗਾ ਨਾ ਤੂੰ ਮੇਰੇ ਮਗਰ ਮਗਰ ਬੋਲਦਾ ਜਾਵੇਂਗਾ, ਤੈਨੂੰ ਮੁਕਤੀ ਪ੍ਰਾਪਤ ਹੋ ਜਾਵੇਗੀ। ਹੁਣ ਪਾਤਸ਼ਾਹ ਜੀ ਕੀ ਫਰਮਾਉਂਦੇ ਨੇ, ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੈ ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨਿਸ਼ਾਨ। ਕਹਿੰਦੇ ਹੇ ਬਾਬਾ, ਹੇ ਪਾਂਧੇ, ਤੂੰ ਇਹੋ ਜਿਹਾ ਹਿਸਾਬ ਕਿਤਾਬ ਲਿਖਣਾ ਸਿੱਖ, ਤੂੰ ਇਹੋ ਜਿਹੀ ਪੜ੍ਹਾਈ ਸਿੱਖ, ਹੁਣ ਇਹੋ ਜਿਹਾ ਹਿਸਾਬ ਕਿਤਾਬ ਕਰਨਾ ਸਿੱਖ, ਤਾਂ ਜੋ ਜਿੱਥੇ ਤੇਰਾ ਇਹ ਹਿਸਾਬ ਕਿਤਾਬ ਪੁੱਛਿਆ ਜਾਵੇ, ਭਾਵ ਤੇਰੇ ਜੀਵਨ ਦੇ ਵਿੱਚ ਜੇਕਰ ਵਿਕਾਰਾਂ ਦੀ ਮਾਰ ਪਵੇ ਨਾ, ਜੇਕਰ ਤੇਰੇ ਜੀਵਨ ਦੇ ਵਿੱਚ ਕਿਤੇ ਲਾਲਚ ਆ ਜਾਵੇ, ਤਾਂ ਤੇਰੇ ਮਨ ਨੂੰ ਇਹ ਸਬਰ ਸੰਤੋਖ ਹੋਣਾ ਚਾਹੀਦਾ। ਇਹ ਸਾਰਾ ਕੁਝ ਆਪਣੇ ਜੀਵਨ ਦੇ ਵਿੱਚ ਚੰਗੇ ਗੁਣਾਂ ਨੂੰ ਧਾਰਨ ਕਰ। ਹੁਣ ਚੰਗੇ ਗੁਣਾਂ ਦਾ ਲੇਖਾ ਜੋਖਾ ਕਰਨਾ ਸਿੱਖ। ਲੋਕਾਂ ਨੂੰ ਬਹੁਤ ਪੜ੍ਹਾ ਲਿਆ, ਲੋਕਾਂ ਨੂੰ ਇਹ ਪਹਾੜੇ ਵੀ ਤੈਂ ਯਾਦ ਕਰਵਾ ਲਏ, ਪਰ ਤੇਰੇ ਆਪਣੇ ਜੀਵਨ ਦੇ ਵਿੱਚ ਕਦੇ ਵੀ ਸਬਰ ਸੰਤੋਖ ਵਾਲੀ ਚੀਜ਼ ਨਹੀਂ ਆਈ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਪਿਤਾ ਜੀ ਤੇ ਪਾਂਧੇ ਦੀ ਵਿਚਾਰ ਚਰਚਾ ਸੁਣ ਲਈ ਸੀ। ਜਿਹੜੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਕਹਿ ਰਹੇ ਸਨ ਵੀ ਹੇ ਪਾਂਧੇ, ਮੇਰੇ ਬੱਚੇ ਨੂੰ ਤੂੰ ਚੰਗੀ ਸਿੱਖਿਆ ਦੇ ਦੇਵੇਂਗਾ ਨਾ, ਤੈਨੂੰ ਮੂੰਹ ਬੋਲੀ ਕੀਮਤ ਮਿਲੇਗੀ, ਤੈਨੂੰ ਮੂੰਹ ਮਿਲਿਆ ਧਨ ਮਿਲੇਗਾ, ਜਿਹੋ ਜਿਹਾ ਤੂੰ ਮੰਗੇਗਾ ਨਾ ਉਹੋ ਜਿਹਾ ਤੈਨੂੰ ਪ੍ਰਾਪਤ ਹੋ ਜਾਵੇਗਾ। ਹੁਣ ਪਾਂਧਾ ਉਸ ਲਾਲਚ ਦੇ ਵੱਸ ਪੈ ਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਖਿਝ ਵੀ ਰਿਹਾ, ਝਿੜਕ ਵੀ ਰਿਹਾ, ਤੇ ਇਹ ਵੀ ਆਖ ਰਿਹਾ ਵੀ ਛੇਤੀ ਦੇ ਨਾਲ ਤੂੰ ਪੜ੍ਹਾਈ ਪੂਰੀ ਕਰ ਲਾ, ਮੈਂ ਤੇਰੇ ਪਿਤਾ ਦੇ ਕੋਲੋਂ ਚੰਗਾ ਧਨ ਪ੍ਰਾਪਤ ਕਰਨਾ ਚਾਹੁੰਦਾ।
ਹੁਣ ਪਾਤਸ਼ਾਹ ਜੀ ਕਹਿੰਦੇ ਵੀ ਦੁਨਿਆਵੀ ਤੌਰ ਦੇ ਉੱਤੇ ਤੂੰ ਅਧਿਆਪਕ ਹੈ, ਤੇਰੇ ਕੋਲੋਂ ਤੇਰੇ ਜੀਵਨ ਦੇ ਵਿੱਚੋਂ ਵੀ ਤੇਰੇ ਵਿਦਿਆਰਥੀਆਂ ਨੇ ਬਹੁਤ ਕੁਝ ਸਿੱਖਣਾ, ਪਰ ਤੇਰੇ ਜੀਵਨ ਦੇ ਵਿੱਚ ਛਲ ਕਪਟ, ਲਾਲਚ, ਝੂਠ ਇਤਆਦਿਕ ਇਹ ਚੀਜ਼ਾਂ ਨੇ। ਹੁਣ ਪਾਤਸ਼ਾਹ ਜੀ ਕੀ ਸਮਝਾਉਣਾ ਕਰਦੇ ਨੇ ਵੀ ਦੁਨਿਆਵੀ ਤੌਰ ਦੇ ਉੱਤੇ ਜਿੱਦਾਂ ਤੂੰ ਹਿਸਾਬ ਕਿਤਾਬ ਕਰਦਾ ਨਾ। ਹੁਣ ਪਾਤਸ਼ਾਹ ਜੀ ਦੀ ਜਦੋਂ ਅਸੀਂ ਬਾਣੀ ਪੜ੍ਹਦੇ ਜਾਂ ਇਤਿਹਾਸ ਪੜ੍ਹਦੇ ਨਾ, ਸਤਿਗੁਰੂ ਜੀ ਦਾ ਬਹੁਤ ਸੋਹਣਾ ਤਰੀਕਾ ਆਪਣੇ ਸੇਵਕਾਂ ਨੂੰ, ਆਪਣੇ ਪਿਆਰੇ ਸਿੱਖਾਂ ਨੂੰ ਸਮਝਾਉਣ ਦਾ। ਹੁਣ ਜੇਕਰ ਮਾਤਾਵਾਂ ਨੂੰ ਸਮਝਾਉਂਦੇ ਨੇ, ਮਾਤਾਵਾਂ ਦੇ ਲਈ ਉਹ ਦੇਖਦੇ ਨੇ ਵੀ ਇਹਨਾਂ ਨੂੰ ਇਹਨਾਂ ਦੇ ਕੰਮ ਦੇ ਨਾਲ ਸੌਖੇ ਤਰੀਕੇ ਦੇ ਨਾਲ ਸਮਝਾਇਆ ਜਾਵੇਗਾ। ਉਹ ਫਿਰ ਉਹ ਦੁਨਿਆਵੀ ਉਦਾਹਰਨਾਂ ਦੇ ਨਾਲ ਨਾਲ ਘਰੇਲੂ ਉਦਾਹਰਨਾਂ ਵੀ ਵਰਤਦੇ ਨੇ। ਤੇ ਫਿਰ ਇਸੇ ਤਰ੍ਹਾਂ ਪਾਤਸ਼ਾਹ ਜੀ ਜੇਕਰ ਕਿਸੇ ਦੇ ਕੋਲ ਵਪਾਰਕ ਤੌਰ ਦੇ ਉੱਤੇ ਜਾਂਦੇ ਨੇ, ਤੇ ਜੇਕਰ ਸੁਨਿਆਰੇ ਦੇ ਕੋਲ ਗਏ, ਉੱਥੇ ਵੀ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਵੀ ਅਸੀਂ ਪੜ੍ਹਦੇ ਹਾਂ, ਜਤ ਪਹਾਰਾ ਧੀਰਜ ਸੁਨਿਆਰ ਆਹਰਨ ਮਤ ਵੇਦ ਹਥਿਆਰ। ਇਸੇ ਤਰ੍ਹਾਂ ਪਾਤਸ਼ਾਹ ਜੀ ਵੱਖ-ਵੱਖ ਥਾਵਾਂ ਦੇ ਉੱਤੇ ਜਾਂਦੇ ਨੇ, ਜੋਗੀਆਂ ਦੇ ਕੋਲ ਗਏ, ਉਹਨਾਂ ਨੂੰ ਉਹਨਾਂ ਦੀ ਭਾਸ਼ਾ ਦੇ ਵਿੱਚ ਸਮਝਾਇਆ। ਇਸੇ ਤਰ੍ਹਾਂ ਅੱਜ ਪਾਂਧੇ ਦੇ ਨਾਲ ਜਿਹੜੀ ਵਿਚਾਰ ਚਰਚਾ ਹੋ ਰਹੀ ਨਾ, ਉਹ ਵਾਰਤਾਲਾਪ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਮਝਾਉਣਾ ਕਰਦੇ ਨੇ ਕਿ ਦੁਨਿਆਵੀ ਹਿਸਾਬ ਕਿਤਾਬ ਤਾਂ ਤੂੰ ਕਰਦਾ, ਪਰ ਆਪਣੇ ਜੀਵਨ ਦੇ ਵਿੱਚ ਇਹੋ ਜਿਹਾ ਲੇਖਾ ਲੇਖ, ਇਹੋ ਜਿਹੀ ਵਿਚਾਰ ਚਰਚਾ, ਇਹੋ ਜਿਹੇ ਆਪਣੇ ਕਿਰਦਾਰ ਬਣਾ, ਜੇਕਰ ਤੇਰੇ ਜੀਵਨ ਦੇ ਵਿੱਚ ਇਹੋ ਜਿਹਾ ਕੋਈ ਹੈ ਨਾ ਤੇਰਾ ਇਮਤਿਹਾਨ ਆ ਜਾਵੇ ਨਾ, ਤਾਂ ਉਸ ਇਮਤਿਹਾਨ ਦੇ ਵਿੱਚੋਂ ਤੂੰ ਪਾਸ ਹੋ ਜਾਵੇਂ। ਹੁਣ ਉਹ ਲੇਖਾ ਲਿਖਣਾ ਕਿਸ ਤਰ੍ਹਾਂ, ਅਸੀਂ ਵੀ ਆਪਣੇ ਜੀਵਨ ਦੇ ਅੰਦਰ ਉਹ ਸਿੱਖਿਆ ਧਾਰਨ ਕਰਨੀ। ਜਾਲ ਮੋਹ ਕਸ ਮਸ ਕਰ, ਮਤ ਕਾਗਦ ਕਰ ਸਾਧ, ਪਾਉ ਕਲਮ ਕਰ ਚਿਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ। ਮੋਹ ਦਾ ਭਾਵ ਅਸੀਂ ਆਮ ਤੌਰ ਦੇ ਉੱਤੇ ਸਮਝਦੇ ਹਾਂ ਕਿ ਕਿਸੇ ਵੀ ਚੀਜ਼ ਦਾ ਮੋਹ, ਕਿਸੇ ਦੀ ਚੀਜ਼ ਦੇ ਮੋਹ ਦੇ ਵਿੱਚ ਫਸ ਕੇ ਆਪਣਾ ਆਪ ਉਸ ਦੇ ਲਈ ਕੁਰਬਾਨ ਕਰਨ ਨੂੰ ਵੀ ਮਨੁੱਖ ਤਿਆਰ ਹੋ ਜਾਂਦਾ। ਪਾਤਸ਼ਾਹ ਜੀ ਕਹਿੰਦੇ ਵੀ ਜਿਹੜਾ ਤੇਰੇ ਜੀਵਨ ਦੇ ਵਿੱਚ ਮੋਹ ਹੈ ਨਾ, ਜਿਹੜਾ ਤੇਰੇ ਜੀਵਨ ਦੇ ਵਿੱਚ ਲਾਲਚ ਹੈ, ਇਹਨੂੰ ਜਾਲ ਦੇ, ਇਹਨੂੰ ਖਤਮ ਕਰ ਪਹਿਲਾਂ। ਫਿਰ ਜਦੋਂ ਇਹ ਜਲ ਗਿਆ ਨਾ, ਆਮ ਤੌਰ ਦੇ ਉੱਤੇ ਅਸੀਂ ਦੇਖਦੇ ਹਾਂ ਕੋਈ ਲੱਕੜ ਬਾਲੀ ਹੈ ਨਾ, ਅਸੀਂ ਕੋਈ ਚੀਜ਼ ਪਦਾਰਥ ਕੋਈ ਵੀ ਜਿਹੜਾ ਜਲਨਸ਼ੀਲ ਹੈ ਉਸ ਨੂੰ ਬਾਲਦੇ ਹਾਂ, ਜਦੋਂ ਉਸ ਦੀ ਲੱਕੜ ਦੀ ਸੁਆਹ ਬਣ ਜਾਂਦੀ ਨਾ, ਫਿਰ ਉਸ ਸੁਆਹ ਦੇ ਨਾਲ ਆਮ ਤੌਰ ਦੇ ਉੱਤੇ ਘਰਾਂ ਦੇ ਵਿੱਚ ਵੀ ਦੇਖਦੇ ਨਾ ਬੱਚੇ, ਉਹ ਕੋਲਾ ਚੱਕ ਕੇ ਜਲਿਆ ਹੋਇਆ ਕੰਧਾਂ ਦੇ ਉੱਤੇ ਲਿਖਣ ਲੱਗ ਪੈਂਦੇ ਨੇ। ਤਾਂ ਇੱਥੇ ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ ਕਿ ਆਪਣੇ ਜੀਵਨ ਦੇ ਵਿੱਚੋਂ ਮੋਹ ਨੂੰ ਜਾਲ ਦੇ ਸਭ ਤੋਂ ਪਹਿਲਾਂ, ਤੇ ਫਿਰ ਜਿਹੜੀ ਇਸ ਦੀ ਕਾਲਖ ਬਚੇਗੀ ਨਾ, ਉਸ ਨੂੰ ਘਸਾ ਕੇ, ਉਸ ਨੂੰ ਰਗੜ ਕੇ ਉਹਦੀ ਸਿਆਹੀ ਤਿਆਰ ਕਰ ਲਈ। ਹੁਣ ਮਨੁੱਖ ਦੇ ਜੀਵਨ ਦੇ ਵਿੱਚੋਂ ਪਹਿਲੀ ਗੱਲ ਇਹ ਹੈ ਵੀ ਜਦੋਂ ਮੋਹ ਦਾ ਤਿਆਗ ਕਰੇਗਾ ਨਾ, ਜਦੋਂ ਇੱਕ ਚੀਜ਼ ਬਾਹਰ ਕਰਾਂਗੇ ਤਾਂ ਦੂਜੇ ਪਾਸੇ 'ਚ ਹੀ ਅਸੀਂ ਕੋਈ ਚੰਗਾ ਗੁਣ ਧਾਰਨ ਕਰ ਲਵਾਂਗੇ। ਘਰ ਦੇ ਵਿੱਚ ਕੋਈ ਬਰਤਨ ਪਿਆ, ਉਸ ਬਰਤਨ ਦੇ ਵਿੱਚ ਮੰਨ ਲਓ ਪਾਣੀ ਭਰਿਆ ਪਿਆ, ਸਾਡੇ ਕੋਲ ਦੁੱਧ ਵੀ ਆ, ਅਸੀਂ ਦੁੱਧ ਉਸ ਬਰਤਨ ਦੇ ਵਿੱਚ ਪਾਉਣਾ ਚਾਹੁੰਦੇ ਹਾਂ, ਅਸੀਂ ਪਾਣੀ ਦੇ ਵਿੱਚ ਦੁੱਧ ਨਹੀਂ ਪਾ ਸਕਦੇ ਕਿਉਂਕਿ ਬਰਤਨ ਪਹਿਲਾਂ ਹੀ ਭਰਿਆ ਹੋਇਆ। ਉਹ ਬਰਤਨ ਖਾਲੀ ਕਰਨਾ ਪਵੇਗਾ, ਜਾਂ ਤਾਂ ਪਾਣੀ ਸੁੱਟਣਾ ਪਵੇਗਾ, ਜਾਂ ਪਾਣੀ ਉਸ ਬਰਤਨ ਦੇ ਵਿੱਚੋਂ ਕੱਢ ਕੇ ਕਿਸੇ ਹੋਰ ਬਰਤਨ ਦੇ ਵਿੱਚ ਪਾਉਣਾ ਪਵੇਗਾ, ਤਾਂ ਅਸੀਂ ਉਸ ਵਸਤੂ ਦੇ ਵਿੱਚ, ਉਸ ਬਰਤਨ ਦੇ ਵਿੱਚ ਦੁੱਧ ਪਾ ਸਕਦੇ। ਹੁਣ ਮਨੁੱਖ ਦੇ ਜੀਵਨ ਦੇ ਵਿੱਚ ਵਿਕਾਰ ਹਾਵੀ ਹੋਏ ਨੇ, ਵਿਕਾਰਾਂ ਦੇ ਨਾਲ ਨਾਲ ਮਨੁੱਖ ਕਹਿ ਰਿਹਾ ਵੀ ਮੈਂ ਧਾਰਮਿਕ ਕੰਮਕਾਰ ਵੀ ਕਰੀ ਜਾਵਾਂ, ਤੇ ਇੱਧਰੋਂ ਮੈਂ ਦੁਨਿਆਵੀ ਤੌਰ ਦੇ ਉੱਤੇ ਲਾਲਚ ਵੀ ਕਰੀ ਜਾਵਾਂ, ਠੱਗੀਆਂ ਵੀ ਮਾਰੀ ਜਾਵਾਂ, ਤੇ ਦੂਜੇ ਪਾਸੇ ਮੈਂ ਗੁਰੂ ਦੀ ਸ਼ਰਨ ਦੇ ਵਿੱਚ ਵੀ ਪ੍ਰਵਾਨ ਚੜ੍ਹ ਜਾਵਾਂ। ਤਾਂ ਇਸ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਨਹੀਂ ਹੋ ਸਕਦਾ। ਦੋਹਾਂ ਬੇੜੀਆਂ ਦੇ ਵਿੱਚ ਪੈਰ ਰੱਖ ਕੇ ਕਦੇ ਵੀ ਤਾਰ ਨਹੀਂ ਸਕਦੇ, ਅਸੀਂ ਕਦੇ ਵੀ ਪਾਰ ਨਹੀਂ ਲੱਗ ਸਕਦੇ। ਪਾਤਸ਼ਾਹ ਜੀ ਪਾਂਧੇ ਨੂੰ ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਆਪਣੇ ਜੀਵਨ ਦੇ ਵਿੱਚੋਂ ਮੋਹ ਨੂੰ ਜਾਲ ਦੇ, ਕਿਉਂਕਿ ਹੁਣ ਪਾਂਧੇ ਦਾ ਜਿਹੜਾ ਨਿੱਤ ਦਾ ਜਿਹੜਾ ਰੁਝਾਨ ਹੈ ਨਾ, ਨਿੱਤ ਦਾ ਵਾਹ ਪੈਂਦਾ, ਉਹ ਕਲਮਾਂ ਦੇ ਨਾਲ ਪੈਂਦਾ, ਫੱਟੀਆਂ ਦੇ ਨਾਲ ਪੈਂਦਾ, ਸਿਆਹੀ ਦੇ ਨਾਲ ਪੈਂਦਾ। ਹੁਣ ਉਦਾਹਰਨਾਂ ਵੀ ਇਹੋ ਜਿਹੀਆਂ ਪਾਤਸ਼ਾਹ ਜੀ ਨੇ ਵਰਤ ਲਈਆਂ। ਜਿਸ ਤਰ੍ਹਾਂ ਤੂੰ ਸਿਆਹੀ ਤਿਆਰ ਕਰਦਾ ਨਾ, ਕਿਸੇ ਚੀਜ਼ ਨੂੰ ਰਗੜਦਾ ਹੈ, ਫਿਰ ਰਗੜ ਕੇ ਉਹਦੀ ਸਿਆਹੀ ਤਿਆਰ ਕਰਦਾ, ਕਹਿੰਦੇ ਆਪਣੇ ਜੀਵਨ ਦੇ ਵਿੱਚੋਂ ਪਹਿਲਾਂ ਮੋਹ ਨੂੰ ਜਾਲ ਦੇ, ਫਿਰ ਇਸ ਦੀ ਜਿਹੜੀ ਸਿਆਹੀ ਤਿਆਰ ਕਰਨੀ ਹੈ, ਮਤ ਕਾਗਦ ਕਰ ਸਾਰ, ਵੀ ਜਿਹੜੀ ਤੇਰੀ ਮੱਤ ਹੈ ਨਾ, ਹੁਣ ਇਸ ਨੂੰ ਕਾਗਜ਼ ਬਣਾ ਲਾ। ਸਿਆਹੀ ਦੇ ਨਾਲ ਅਸੀਂ ਕਾਗਜ਼ ਦੇ ਉੱਤੇ ਲਿਖਦੇ ਨਾ, ਪਾਤਸ਼ਾਹ ਜੀ ਕਹਿੰਦੇ ਆਪਣੀ ਮੱਤ ਨੂੰ ਸਾਫ਼ ਕਰ ਲਾ। ਇੱਕ ਗੱਲ ਹੋਰ ਧਿਆਨ ਦੇ ਵਿੱਚ ਰੱਖਣਾ, ਜਦੋਂ ਕੋਈ ਕਾਗਜ਼ ਕੋਰਾ ਹੋਵੇ, ਕਾਗਜ਼ ਸਾਫ਼ ਹੋਵੇ, ਉਸ ਦੇ ਉੱਤੇ ਜੋ ਕੁਝ ਲਿਖਾਂਗੇ ਉਹ ਲਿਖਿਆ ਜਾਵੇਗਾ। ਜਦੋਂ ਕਾਗਜ਼ ਦੇ ਉੱਤੇ ਪਹਿਲਾਂ ਤੋਂ ਹੀ ਕੁਝ ਲਿਖਿਆ ਹੋਵੇ, ਉਸ ਨੂੰ ਮਿਟਾ ਕੇ ਹੋਰ ਲਿਖਣਾ ਹੋਵੇ ਤਾਂ ਔਖਾ ਹੁੰਦਾ। ਕੋਈ ਜ਼ਮੀਨ ਪੱਧਰੀ ਹੈ, ਪੱਧਰੀ ਜ਼ਮੀਨ ਦੇ ਉੱਤੇ, ਸਾਫ਼ ਜ਼ਮੀਨ ਦੇ ਉੱਤੇ, ਮੈਦਾਨੀ ਜ਼ਮੀਨ ਦੇ ਉੱਤੇ ਅਸੀਂ ਕੋਈ ਘਰ ਬਣਾਉਣਾ ਹੋਵੇ, ਨੀਹਾਂ ਪੱਟਾਂਗੇ, ਨੀਹਾਂ ਪੱਟ ਕੇ, ਨੀਹਾਂ ਭਰ ਕੇ ਘਰ ਬਣਾ ਲਾਂਗੇ। ਪਰ ਜੇਕਰ ਉਸ ਥਾਂ ਦੇ ਉੱਤੇ ਕੋਈ ਹੋਰ ਘਰ ਬਣਿਆ ਹੋਵੇ ਜਾਂ ਮਲਬਾ ਪਿਆ ਹੋਵੇ, ਪਹਿਲਾਂ ਉਸ ਨੂੰ ਉਠਾਉਣਾ ਪਵੇਗਾ ਜਾਂ ਉਹ ਘਰ ਨੂੰ ਤੋੜ ਕੇ ਦੁਬਾਰਾ ਘਰ ਬਣਾਉਣਾ ਪਵੇਗਾ, ਤਾਂ ਸਮਾਂ ਬਹੁਤ ਲੱਗ ਜਾਵੇਗਾ ਤੇ ਬਹੁਤ ਮੁਸ਼ਕਲ ਵੀ ਆਵੇਗੀ।
ਹੁਣ ਉਸ ਜੀਵਨ ਦੇ ਵਿੱਚ ਮੋਹ ਫਸਿਆ, ਉਸ ਦੇ ਜੀਵਨ ਦੇ ਵਿੱਚ ਲਾਲਚ ਪਿਆ, ਪਹਿਲਾਂ ਉਹ ਚੀਜ਼ ਨੂੰ ਸਾਫ਼ ਕਰਨਾ ਪਵੇਗਾ, ਤਾਂ ਉਸ ਕਾਗਜ਼ ਦੇ ਉੱਤੇ ਕੁਝ ਲਿਖਿਆ ਪਵੇਗਾ। ਹੁਣ ਮੱਤ ਤਾਂ ਵਿਕਾਰਾਂ ਦੇ ਵਿੱਚ ਫਸੀ ਹੋਈ ਹੈ, ਉਸ ਮੱਤ ਦੇ ਵਿੱਚੋਂ ਮੱਤ ਨੂੰ ਸਾਫ਼ ਕਰਨ ਦੇ ਲਈ ਉਸ ਦੇ ਉੱਤੇ ਕੁਝ ਜੇਕਰ ਚੰਗਾ ਲਿਖਣਾ ਤਾਂ ਪਹਿਲਾਂ ਉਹ ਵਿਕਾਰਾਂ ਵਾਲੀ ਮੱਤ ਨੂੰ ਸਾਫ਼ ਕਰਨਾ ਪਵੇਗਾ। ਇਸੇ ਤਰ੍ਹਾਂ ਪਾਤਸ਼ਾਹ ਜੀ ਪਾਂਧੇ ਨੂੰ ਕਹਿੰਦੇ ਨੇ ਕਿ ਆਪਣੀ ਜਿਹੜੀ ਤੇਰੀ ਮੱਤ ਹੈ ਨਾ, ਭੈੜੀ ਮੱਤ ਹੈ, ਉਸ ਨੂੰ ਸਾਫ਼ ਕਰਕੇ ਚੰਗਾ ਕਾਗਜ਼ ਬਣਾ ਲਾ। ਪਾਓ ਕਲਮ, ਕਲਮ ਕਹਿੰਦੇ ਜਿੱਦਾਂ ਅਸੀਂ ਆਮ ਤੌਰ ਦੇ ਉੱਤੇ ਲਿਖਦੇ ਆ, ਪੈਨ ਕਹਿ ਲੈਂਦੇ ਆ, ਕਹਿੰਦੇ ਪ੍ਰੇਮ ਦੀ ਕਲਮ ਤਿਆਰ ਕਰ। ਪਾਓ ਕਲਮ ਕਰ ਚਿੱਤ ਲਿਖਾਰੀ, ਜਿਹੜਾ ਤੇਰਾ ਮਨ ਹੈ ਨਾ, ਜਿਹੜਾ ਤੇਰਾ ਚਿੱਤ ਹੈ, ਇਹਨੂੰ ਲਿਖਾਰੀ ਬਣਾ। ਤੇ ਫਿਰ ਕੀ ਕਰਨਾ, ਜਦੋਂ ਇਹੋ ਜਿਹਾ ਸਭ ਕੁਝ ਹੋ ਗਿਆ, ਜੀਵਨ ਦੇ ਵਿੱਚ ਮੋਹ ਚਲਾ ਗਿਆ, ਤੇਰੀ ਮੱਤ ਕਾਗਜ਼ ਬਣ ਗਈ। ਮੱਤ ਦੇ ਉੱਤੇ ਤੂੰ ਹੁਣ ਮੱਤ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਕੁਝ ਚੰਗਾ ਧਾਰਨ ਕਰਨਾ, ਤਾਂ ਕੀ ਕੁਝ ਧਾਰਨ ਕਰਨਾ, ਕਿਸ ਤਰ੍ਹਾਂ ਧਾਰਨ ਕਰਨਾ। ਜਦੋਂ ਪ੍ਰੇਮ ਵੀ ਆ ਗਿਆ, ਹੁਣ ਮੱਤ ਵੀ ਸਾਫ਼ ਹੋ ਗਈ, ਪ੍ਰੇਮ ਆ ਗਿਆ, ਤਾਂ ਫਿਰ ਪਾਤਸ਼ਾਹ ਜੀ ਕਹਿੰਦੇ ਗੁਰ ਪੁੱਛ ਲਿਖ ਵਿਚਾਰ। ਗੁਰੂ ਤੋਂ ਪੁੱਛ ਲਾ, ਤੇ ਗੁਰੂ ਤੋਂ ਪੁੱਛ ਕੇ ਫਿਰ ਇਹੋ ਜਿਹੀ ਵਿਚਾਰ ਲਿਖ ਜਿਹਦੇ ਨਾਲ ਅੱਗੇ ਰਹਾਉ ਵਾਲੇ ਬੰਦ ਦੀ ਅਸੀਂ ਵਿਚਾਰ ਕੀਤੀ ਕਿ ਜਿੱਥੇ ਲੇਖਾ ਮੰਗੀ ਹੈ ਤਿੱਥੇ ਹੋਏ ਸੱਚਾ ਨਿਸ਼ਾਨ। ਵੀ ਜਦੋਂ ਤੂੰ ਇਹੋ ਜਿਹੀ ਗੁਰੂ ਤੋਂ ਪੁੱਛ ਕੇ ਨਾ ਆਪਣੇ ਜੀਵਨ ਦੇ ਅੰਦਰ ਵਿਚਾਰ ਲਿਖੇਂਗਾ, ਜਦੋਂ ਗੁਰੂ ਤੋਂ ਪੁੱਛ ਕੇ ਆਪਣਾ ਜੀਵਨ ਜਿਉਣਾ ਸ਼ੁਰੂ ਕਰੇਂਗਾ, ਫਿਰ ਤੈਨੂੰ ਕਦੇ ਵੀ ਜਮਾਂ ਦੀ ਮਾਰ ਨਹੀਂ ਪਵੇਗੀ, ਕਦੇ ਵੀ ਜੀਵਨ ਦੇ ਵਿੱਚ ਪਛਤਾਵਾ ਨਹੀਂ ਆਵੇਗਾ। ਹੁਣ ਮੈਂ ਇੱਕ ਇਤਿਹਾਸ ਦੀ ਉਦਾਹਰਨ ਹੋਰ ਸਾਂਝੀ ਕਰਾਂ। ਗੁਰੂ ਨਾਨਕ ਸਾਹਿਬ ਜੀ ਦੀ ਉਮਰ ਇਸ ਸਮੇਂ, ਜਿਸ ਸਮੇਂ ਪਾਂਧੇ ਦੇ ਨਾਲ ਵਿਚਾਰ ਹੋਈ ਨਾ, 6-7 ਸਾਲ ਦੀ ਹੈ ਇਤਿਹਾਸ ਦੇ ਅਨੁਸਾਰ। ਦੂਜੇ ਪਾਸੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਬੱਚਿਆਂ ਦੇ ਬਾਬਤ ਜਾਣਦੇ ਹਾਂ। ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ, ਉਹ ਵੀ 7 ਤੇ 9 ਸਾਲ ਦੇ ਸੀ, ਜਿਨ੍ਹਾਂ ਨੇ ਗੁਰੂ ਤੋਂ ਪੁੱਛ ਕੇ ਆਪਣੇ ਜੀਵਨ ਦੇ ਵਿੱਚ ਵਿਚਾਰ ਲਿਖ ਲਈ ਸੀ ਨਾ, ਗੁਰੂ ਦੇ ਦੱਸੇ ਆਸ਼ੇ ਦੇ ਅਨੁਸਾਰ ਜੀਵਨ ਬਤੀਤ ਜਿਉਣਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਦੇ ਮੂਹਰੇ ਵਜ਼ੀਰ ਖਾਂ ਹੁਣਾਂ ਨੇ, ਜਿਹੜੇ ਮੌਕੇ ਦੇ ਆਗੂ ਸੀ ਨਾ, ਤਰ੍ਹਾਂ ਤਰ੍ਹਾਂ ਦੇ ਗਹਿਣੇ ਵੀ ਰੱਖ ਦਿੱਤੇ ਸੀ, ਕੀਮਤੀ ਹੀਰੇ, ਕੀਮਤੀ ਜਵਾਹਰਾਤ, ਇੱਥੋਂ ਤੱਕ ਵੀ ਆਖ ਦਿੱਤਾ ਸੀ ਵੀ ਤੁਹਾਨੂੰ ਆਨੰਦਪੁਰ ਵਰਗੇ ਅਨੇਕਾਂ ਕਿਲੇ ਦੇ ਦੇਵਾਂਗੇ, ਪਰ ਤੁਸੀਂ ਸਿੱਖੀ ਨੂੰ ਛੱਡ ਦਿਓ। ਉਹ 7-9 ਸਾਲ ਦੇ ਬੱਚਿਆਂ ਨੇ, ਜਿਨ੍ਹਾਂ ਨੇ ਗੁਰੂ ਤੋਂ ਪੁੱਛ ਕੇ ਵਿਚਾਰ ਲਿਖੀ ਸੀ ਨਾ, ਉਹ ਸਾਰੀਆਂ ਚੀਜ਼ਾਂ ਨੂੰ ਲੱਤ ਮਾਰ ਕੇ ਕਹਿੰਦੇ ਵੀ ਨਹੀਂ, ਸਾਨੂੰ ਸਾਡਾ ਸਿਧਾਂਤ ਪਿਆਰਾ, ਸਾਨੂੰ ਸਾਡਾ ਗੁਰੂ ਪਿਆਰਾ, ਸਾਨੂੰ ਸਾਡੀ ਸਿੱਖੀ ਪਿਆਰੀ। ਇਸ ਸਿੱਖੀ ਦੇ ਮੂਹਰੇ ਤੇਰੀਆਂ ਇਹੋ ਜਿਹੀਆਂ ਕੋਈ ਚੀਜ਼ਾਂ ਨਹੀਂ ਵੀ ਜਿਹੜੀਆਂ ਸਾਡੀ ਸਿੱਖੀ ਦੀਆਂ ਮੁਕਾਬਲਾ ਕਰ ਸਕਣ। ਇਹ ਸਿੱਖੀ ਸਾਡੇ ਬਜ਼ੁਰਗਾਂ ਨੇ ਤੱਤੀ ਤਵੀ ਦੇ ਉੱਤੇ ਬੈਠ ਕੇ ਆਪਣੇ ਸੀਸ ਦਾ ਬਲਿਦਾਨ ਦੇ ਕੇ ਸਿੱਖੀ ਮਜ਼ਬੂਤ ਕੀਤੀ ਹੈ। ਇਸੇ ਤਰ੍ਹਾਂ ਪਾਤਸ਼ਾਹ ਜੀ ਪਾਂਧੇ ਨੂੰ ਕਹਿੰਦੇ ਨੇ ਵੀ ਗੁਰੂ ਨੂੰ ਪੁੱਛ ਕੇ ਜਦੋਂ ਤੂੰ ਵਿਚਾਰ ਲਿਖੇਂਗਾ, ਜਦੋਂ ਤੂੰ ਆਪਣੇ ਜੀਵਨ ਦੇ ਵਿੱਚੋਂ ਇਹ ਮਾੜੀ ਮੱਤ ਨੂੰ ਤਿਆਗ ਕੇ ਗਿਆਨ ਨੂੰ ਧਾਰਨ ਕਰੇਂਗਾ ਨਾ, ਫਿਰ ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾਵਾਰ। ਪਾਤਸ਼ਾਹ ਜੀ ਕਹਿੰਦੇ ਹੁਣ ਆਪਣੇ ਮਨ ਦੇ ਵਿੱਚ ਇਹ ਧਾਰਨ ਕਰ ਲਾ ਵੀ ਪਹਿਲਾਂ ਤਾਂ ਮੈਂ ਪਰਮਾਤਮਾ ਦੀ ਸਿਫਤ ਸਲਾਹ ਲਿਖਣੀ ਸ਼ੁਰੂ ਕਰਾਂ, ਮੈਂ ਆਪਣੇ ਜੀਵਨ ਦੇ ਵਿੱਚ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਸਿੱਖਾਂ, ਪਰਮਾਤਮਾ ਦਾ ਸ਼ੁਕਰਾਨਾ ਕਰਾਂ, ਸ਼ੁਕਰਗੁਜ਼ਾਰ ਹੋਵਾਂ। ਤੇ ਫਿਰ ਕਹਿੰਦੇ ਵੀ ਉਸ ਦਾ ਨਾਮ ਵੀ ਲਿਖੀ। ਪਹਿਲਾਂ ਸ਼ੁਕਰਾਨਾ ਕਰੀ, ਆਪਣੇ ਜੀਵਨ ਦੇ ਵਿੱਚ ਨਾਮ ਸਿਮਰਨ ਦੇ ਨਾਲ ਵੀ ਸਾਂਝ ਪਾਈ, ਜੀਵਨ ਦੇ ਵਿੱਚ ਨਾਮ ਹੋਣਾ ਵੀ ਜ਼ਰੂਰੀ ਆ। ਤੇ ਬਾਅਦ ਦੇ ਵਿੱਚ ਕਹਿੰਦੇ ਵੀ ਅਖੀਰ ਦੇ ਉੱਤੇ ਗੱਲ ਇਹੀ ਨਿਬੇੜਨੀ ਵੀ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ, ਲਿਖ ਅੰਤ ਨਾ ਪਾਰਾਵਾਰ, ਵੀ ਤੂੰ ਬੇਅੰਤ ਹੈ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਪਰ ਚੇਤੇ ਰੱਖਣਾ, ਜੋ ਉਪਦੇਸ਼ ਪਾਤਸ਼ਾਹ ਜੀ ਨੇ ਨਾ 7 ਸਾਲ ਦੀ ਉਮਰ ਦੇ ਵਿੱਚ, 6 ਸਾਲ ਦੀ ਉਮਰ ਦੇ ਵਿੱਚ ਪਾਂਧੇ ਨੂੰ ਦੇ ਦਿੱਤਾ, ਜੇ ਅੱਜ ਅਸੀਂ ਉਸ ਉਪਦੇਸ਼ ਦੇ ਉੱਤੇ ਚੱਲਣਾ ਸ਼ੁਰੂ ਕਰ ਦਈਏ ਤਾਂ ਸਾਡਾ ਜੀਵਨ ਵੀ ਬਹੁਤ ਸੌਖੇ ਤਰੀਕੇ ਦੇ ਨਾਲ ਜਿਉਣਾ ਸ਼ੁਰੂ ਕਰ ਸਕਦੇ ਅਸੀਂ। ਸਾਡੇ ਜੀਵਨ ਦੇ ਵਿੱਚ ਮੋਹ ਕਦੇ ਨਹੀਂ ਜਾਂਦਾ, ਸਾਡੇ ਜੀਵਨ ਦੇ ਵਿੱਚੋਂ ਕਦੇ ਲਾਲਚ ਨਹੀਂ ਜਾਂਦਾ, ਸਾਡੇ ਜੀਵਨ ਦੇ ਵਿੱਚੋਂ ਕਦੇ ਵੀ ਵਿਕਾਰ ਨਹੀਂ ਖਤਮ ਹੁੰਦੇ। ਅਸੀਂ ਕਿੰਨੇ ਹੀ ਪਤਾ ਨਹੀਂ ਗਿਣਤੀ ਦੇ ਅਸੀਂ ਹਿਸਾਬ ਕਿਤਾਬ ਵੀ ਨਹੀਂ ਲਾ ਸਕਦੇ ਵੀ ਕਿੰਨੇ ਅਸੀਂ ਅਖੰਡ ਪਾਠ ਸਰਵਣ ਵੀ ਕਰ ਲਏ, ਕਿੰਨੇ ਅਸੀਂ ਸਹਿਜ ਪਾਠ ਆਪ ਵੀ ਕਰ ਲਏ ਹੋਣੇ ਤੇ ਕਰਵਾ ਵੀ ਲਏ ਹੋਣੇ। ਪਰ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 16 ਨੰਬਰ ਅੰਗ ਦੇ ਉੱਤੇ ਸ੍ਰੀ ਰਾਗ ਦਾ 6ਵਾਂ ਸ਼ਬਦ ਹੈ, ਤੇ ਅਸੀਂ ਕਦੇ ਵੀ ਇਸ ਨੂੰ ਵਿਚਾਰਨ ਦਾ ਯਤਨ ਨਹੀਂ ਕੀਤਾ ਵੀ ਇਹ ਪਾਤਸ਼ਾਹ ਜੀ ਕਹਿੰਦੇ ਕੀ ਨੇ, ਪਾਤਸ਼ਾਹ ਜੀ ਨੇ ਕੀ ਸਮਝਾਉਣਾ ਕੀਤਾ ਇਸ ਸ਼ਬਦ ਦੇ ਰਾਹੀਂ। ਬਾਣੀ ਪੜ੍ਹਨੀ ਦੇ ਨਾਲ ਨਾਲ, ਪੜ੍ਹਨ ਦੇ ਨਾਲ ਸਮਝਣਾ ਵੀ ਜ਼ਰੂਰੀ ਹੈ। ਜਦੋਂ ਪੜ੍ਹਨ ਦੇ ਨਾਲ ਨਾਲ ਸਮਝਣਾ ਸ਼ੁਰੂ ਕਰ ਦਿੱਤਾ, ਫਿਰ ਅਗਲਾ ਜਿਹੜਾ ਸਟੈਪ ਆਉਂਦਾ ਨਾ, ਅਗਲੀ ਜਿਹੜੀ ਪੌੜੀ ਹੈ, ਉਸ ਦੇ ਉੱਤੇ ਚੱਲਣਾ ਪੈਣਾ, ਉਹਨੂੰ ਅੰਦਰ ਧਾਰਨ ਕਰਨਾ ਪੈਣਾ, ਜੀਵਨ ਉਸ ਦੇ ਅਨੁਸਾਰ ਬਤੀਤ ਕਰਨਾ ਪੈਣਾ। ਹੁਣ ਜਦੋਂ ਇਹੋ ਚੀਜ਼ ਅਸੀਂ ਗੁਰੂ ਨੂੰ ਪੁੱਛ ਕੇ ਹਰੇਕ ਕਾਰਜ ਕਰਾਂਗੇ, ਜਦੋਂ ਗੁਰੂ ਨੂੰ ਪੁੱਛ ਲਿਆ
ਤਾਂ ਗੁਰੂ ਨੇ ਉਸੇ ਅਨੁਸਾਰ, ਜੇ ਮੰਨ ਲਓ ਕੋਈ ਅਰਦਾਸ ਬੇਨਤੀ ਕਰਦਾ ਵੀ ਭਾਈ ਅੱਜ ਮੇਰੇ ਕੋਲ ਸਾਈਕਲ ਹੈ ਤੇ ਮੈਂ ਕੁਝ ਵੱਡੀ ਗੱਡੀ ਲੈਣੀ ਚਾਹੁੰਦਾ ਜਾਂ ਵੱਡੀ ਬਾਈਕ ਲੈਣੀ ਚਾਹੁੰਦਾ, ਤਾਂ ਕੱਲਾ ਜਦੋਂ ਅਰਦਾਸ ਕਰਾਂਗੇ ਗੁਰੂ ਤੋਂ ਪੁੱਛਾਂਗੇ ਵੀ ਇਹ ਕਾਰਜ ਕਿਸ ਤਰ੍ਹਾਂ ਨੇਪਰੇ ਚਾੜਨਾ, ਤਾਂ ਗੁਰੂ ਉਦਮ ਕਰਨ ਨੂੰ ਕਹਿ ਰਿਹਾ, ਗੁਰੂ ਆਲਸ ਕਰਨ ਨੂੰ ਨਹੀਂ ਕਹਿ ਰਿਹਾ। ਅੱਜ ਸਾਈਕਲ ਦੇ ਉੱਤੇ ਜਾ ਰਿਹਾ, ਜੇ ਮੰਨ ਲਾ ਤੂੰ 6 ਘੰਟੇ ਕੰਮ ਕਰ ਰਿਹਾ ਨਾ, ਤਾਂ ਤੈਨੂੰ ਮੋਟਰਸਾਈਕਲ ਲੈਣ ਦੇ ਲਈ, ਬਾਈਕ ਲੈਣ ਦੇ ਲਈ, ਗੱਡੀ ਲੈਣ ਦੇ ਲਈ ਹੋ ਸਕਦਾ 6 ਘੰਟੇ ਦੀ ਜਗ੍ਹਾ 12 ਘੰਟੇ ਕੰਮ ਕਰਨਾ ਪਵੇ, ਤਾਂ ਤੈਨੂੰ ਗੱਡੀ ਮਿਲ ਜਾਵੇਗੀ। ਜਦੋਂ ਗੁਰੂ ਤੋਂ ਪੁੱਛ ਕੇ ਕਾਰਜ ਕਰਾਂਗੇ, ਗੁਰੂ ਦੱਸਦਾ ਹੈ ਨਾ, ਗੁਰੂ ਪੈਰ ਪੈਰ ਦੇ ਉੱਤੇ ਅਗਵਾਈ ਕਰ ਰਿਹਾ। ਅਸੀਂ ਇੱਕ ਕਦਮ ਚੱਲਾਂਗੇ, ਗੁਰੂ ਕਰੋੜਾ ਕਦਮ ਅੱਗੇ ਚੱਲਦਾ ਸਾਡੇ ਤੋਂ। ਜੇ ਅਸੀਂ ਇੱਕ ਵਿਚਾਰ ਆਪਣੇ ਮਨ ਦੇ ਵਿੱਚ ਲਿਆਉਂਦੇ ਨਾ, ਨਾਲ ਦੀ ਨਾਲ ਜਿਹੜੇ ਗੁਰਮੁਖ ਪਿਆਰੇ ਨੇ, ਗੁਰਬਾਣੀ ਨੂੰ ਸਮਝਦੇ ਨੇ, ਉਹ ਸਾਰਾ ਕੁਝ ਜਾਣਦੇ ਨੇ, ਗੁਰੂ ਨੂੰ ਅੰਗ ਸੰਗ ਜਾਣਦੇ ਨੇ, ਗੁਰੂ ਆਪ ਉਹਨਾਂ ਦੀ ਮਦਦ ਕਰਦਾ, ਗੁਰੂ ਆਪ ਸਹਾਇਤਾ ਕਰਦਾ, ਗੁਰੂ ਆਪ ਉਹਨਾਂ ਤੋਂ ਬਲਿਹਾਰ ਜਾਂਦਾ ਤੇ ਆਪ ਦਾਤਾਂ ਬਖਸ਼ਦਾ। ਸਭ ਤੋਂ ਔਖੀ ਦਾਤ ਮੰਗਣੀ ਕਿਹੜੀ ਹੈ? ਇਹੀ ਵੀ ਪਰਮਾਤਮਾ ਤੇਰਾ ਸ਼ੁਕਰਾਨਾ ਕਰਦੇ ਰਹੀਏ, ਤੇਰਾ ਨਾਮ ਜੀਵਨ ਦੇ ਵਿੱਚ ਆਵੇ, ਤੇ ਅਸੀਂ ਕਦੇ ਵੀ ਤੇਰਾ ਅੰਤ ਨਹੀਂ ਪਾ ਸਕਦੇ। ਪਾਤਸ਼ਾਹ ਜੀ ਕਹਿੰਦੇ ਲਿਖ ਨਾਮ ਸਲਾਹ ਲਿਖ, ਵੀ ਆਪਣੇ ਜੀਵਨ ਦੇ ਵਿੱਚ ਇੱਕ ਤਾਂ ਪਰਮਾਤਮਾ ਦਾ ਨਾਮ ਧਾਰਨ ਕਰ ਲਾ, ਉਸ ਦੀ ਸਿਫਤ ਸਲਾਹ ਕਰਨੀ ਸਿੱਖ ਲਾ, ਤੇ ਦੂਜਾ ਕਦੇ ਵੀ ਇਸ ਪਾਸੇ ਨੂੰ ਨਾ ਤੁਰੀ ਵੀ ਮੈਂ ਪਰਮਾਤਮਾ ਦਾ ਅੰਤ ਪਾਉਣਾ ਚਾਹੁੰਦਾ, ਪਰਮਾਤਮਾ ਨੂੰ ਅੰਤ ਤੱਕ ਦੇਖਣਾ ਚਾਹੁੰਦਾ ਕਿ ਪਰਮਾਤਮਾ ਹੈ ਕੀ। ਪਰਮਾਤਮਾ ਮਹਿਸੂਸ ਕਰਨ ਵਾਲੀ ਚੀਜ਼ ਹੈ। ਜਦੋਂ ਮਹਿਸੂਸ ਕਰਾਂਗੇ ਤਾਂ ਉਹ ਸਾਨੂੰ ਸਾਡੇ ਅੰਦਰ ਵੀ ਮਹਿਸੂਸ ਹੋਵੇਗਾ। ਜੇਕਰ ਉਸ ਨੂੰ ਲੱਭਣ ਦਾ ਯਤਨ ਕਰਾਂਗੇ ਤਾਂ ਸਾਨੂੰ ਲੱਭਣਾ ਨਹੀਂ, ਅਸੀਂ ਭਟਕਦੇ ਮਰ ਜਾਵਾਂਗੇ, ਭਟਕ ਕੇ ਖੁਆਰ ਹੋ ਜਾਵਾਂਗੇ, ਪਰ ਉਸ ਨੂੰ ਕਦੇ ਵੀ ਦੇਖ ਨਹੀਂ ਸਕਦੇ। ਉਹ ਚੀਜ਼ਾਂ ਮਹਿਸੂਸ ਕਰਨ ਵਾਲੀਆਂ ਨੇ। ਜਦੋਂ ਮਨੁੱਖ ਮਹਿਸੂਸ ਕਰਨਾ ਸ਼ੁਰੂ ਕਰ ਦੇਵੇ ਨਾ, ਫਿਰ ਉਸ ਨੂੰ ਇੱਕ ਦਰਖਤ ਦੇ ਵਿੱਚ, ਇੱਕ ਚਿੜੀ ਦੇ ਵਿੱਚ, ਇੱਕ ਪੰਛੀ ਦੇ ਵਿੱਚ ਵੀ ਪਰਮਾਤਮਾ ਨਜ਼ਰ ਆਊਗਾ, ਪਰਮਾਤਮਾ ਦੀ ਅੰਸ਼ੀ ਨਜ਼ਰ ਆਵੇਗੀ। ਸੋ ਗੁਰੂ ਕਿਰਪਾ ਕਰੇ, ਜਿੱਥੇ ਸਤਿਗੁਰਾਂ ਜੀ ਨੇ ਇਹ ਪਾਂਧੇ ਨੂੰ ਉਪਦੇਸ਼ ਕੀਤਾ, ਇਹ ਉਪਦੇਸ਼ ਅਸੀਂ ਆਪਣੇ ਜੀਵਨ ਦਾ ਆਧਾਰ ਬਣਾਈਏ। ਅਗਲੇਰੀ ਜੋ ਵਿਚਾਰ ਹੈ, ਕਿਸ ਤਰ੍ਹਾਂ ਪਾਂਧੇ ਦੇ ਨਾਲ ਵਿਚਾਰ ਚਰਚਾ ਹੁੰਦੀ, ਪਾਂਧਾ ਕਿਹੋ ਜਿਹਾ ਆਪਣੇ ਜੀਵਨ ਦੇ ਅੰਦਰ ਗੁਰੂ ਸਾਹਿਬ ਜੀ ਤੋਂ ਸਿੱਖਿਆ ਹਾਸਲ ਕਰਦਾ, ਜੋ ਕਵੀ ਜੀ ਨੇ ਪ੍ਰਸੰਗ ਆਪਣੀ ਕਲਮ ਦੇ ਨਾਲ ਅੰਕਿਤ ਕੀਤਾ ਹੈ, ਉਹ ਅਸੀਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾ ਕਰਦਿਆਂ ਭੁੱਲਾਂ ਹੋ ਜਾਣੀਆਂ ਸੁਭਾਵਿਕ ਨੇ। ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ। ਬਖਸ਼ਦਿਆਂ ਹੋਇਆਂ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।